हाँ जी दोस्तों, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ 'ਤੇ। ਪ੍ਰੋਗਰਾਮ ਦੀ ਅੱਜ ਦੀ ਲੜੀ ਵਿੱਚ ਅਸੀਂ ਸੰਸਕਾਰ ਨਾਵਲ ਦੀ ਸਮਰੀ ਡਿਸਕਸ ਕਰਾਂਗੇ। ਜਿਵੇਂ ਕਿ ਅਸੀਂ ਵੀਡੀਓ ਦੇ ਪਹਿਲੇ ਭਾਗ ਦੇ ਵਿੱਚ ਜਿੰਨਾ ਕੁ ਸਮਰੀ ਡਿਸਕਸ ਕਰ ਚੁੱਕੇ ਹਾਂ, ਉਹਦੇ ਵਿੱਚ ਕੀ ਹੁੰਦਾ ਕਿ ਪ੍ਰਾਣਾਚਾਰੀਆ ਜਦੋਂ ਚੰਦਰੀ ਨਾਂ ਦੀ ਪ੍ਰੋਸਟੀਟਿਊਟ ਨਾਲ ਸੰਬੰਧ ਬਣਾ ਲੈਂਦਾ ਅਤੇ ਰਾਤ ਨੂੰ ਉਹਦੀ ਅੱਖ ਖੁੱਲ੍ਹ ਜਾਂਦੀ ਹੈ ਤਾਂ ਉਹ ਘਬਰਾ ਜਾਂਦਾ, ਤਾਂ ਉਹ ਆਪਣੇ ਆਪ ਨੂੰ ਗਿਲਟੀ ਮਹਿਸੂਸ ਕਰਦਾ ਅਤੇ ਚੰਦਰੀ ਨੂੰ ਕਹਿੰਦਾ ਵੀ ਜਾਂ ਤਾਂ ਉਹ ਆਪ ਜਾ ਕੇ ਅਗਰਸਹਾਰ ਦੇ ਵਾਸੀਆਂ ਨੂੰ ਦੱਸ ਦੇਵੇ ਜੇ ਉਹ ਤੋਂ ਨਾ ਦੱਸਿਆ ਗਿਆ। ਸੋ ਇਸ ਤੋਂ ਅੱਗੇ ਕੀ ਕਹਾਣੀ ਵਾਪਰਦੀ ਆ ਉਹ ਆਪਾਂ ਡਿਸਕਸ ਕਰਾਂਗੇ। ਅੱਧੀ ਰਾਤ ਨੂੰ ਪ੍ਰਾਣਾਚਾਰੀਆ ਦੀ ਨੀਂਦ ਟੁੱਟੀ। ਦੋਵੇਂ ਪ੍ਰੇਮ ਮੁੰਦਰਾ ਵਿੱਚ ਸਨ ਤਾਂ ਅੱਖਾਂ ਖੋਲ੍ਹ ਕੇ ਪ੍ਰਾਣਾਚਾਰੀਆ ਸੋਚਣ ਲੱਗੇ ਕਿ ਉਹ ਕਿੱਥੇ ਨੇ, ਇੱਥੇ ਕਿਵੇਂ ਆ ਗਏ। ਤਾਂ ਉਹ ਚਾਰੇ ਪਾਸੇ ਹੈਰਾਨੀ ਨਾਲ ਦੇਖਦੇ ਨੇ। ਚੰਦਰੀ ਡਰ ਰਹੀ ਸੀ, ਪਰ ਉਹਨਾਂ ਕਿਹਾ ਕਿ ਹੁਣ ਉਹ ਅਗਰਹਾਰ ਜਾ ਕੇ ਸਾਰੀ ਗੱਲ ਸੱਚ ਬਾਹਮਣਾਂ ਨੂੰ ਦੱਸ ਦੇਣਗੇ। ਉਹਨਾਂ ਚੰਦਰੀ ਨੂੰ ਕਿਹਾ ਕਿ ਜੇਕਰ ਉਹ ਕੁਝ ਨਾ ਬੋਲ ਸਕਣ ਤਾਂ ਉਹ ਸਭ ਕੁਝ ਜਾ ਕੇ ਆਪ ਦੱਸ ਦੇਵੇ। ਲਾਸ਼ ਦਾ ਸੰਸਕਾਰ ਕਰਨ ਲਈ ਹੁਣ ਉਹ ਜਿਹੜਾ ਕਿ ਪ੍ਰਾਣਾਚਾਰੀਆ ਖੁਦ ਤਿਆਰ ਹੋ ਜਾਂਦਾ ਹੈ ਅਤੇ ਹੋਰ ਬ੍ਰਾਹਮਣਾਂ ਨੂੰ ਕਹਿਣ ਦਾ ਉਹਨਾਂ ਕੋਲ ਕੋਈ ਅਧਿਕਾਰ ਨਹੀਂ। ਇਹ ਵੀ ਸੋਚਦਾ ਵੀ ਹੁਣ ਉਹਨੂੰ ਆਪਣੀ ਲੀਡਰਸ਼ਿਪ ਤੋਂ ਜਿਹੜਾ ਕਿ ਤਿਆਗ ਦੇਣਾ ਚਾਹੀਦਾ, ਕਿਉਂਕਿ ਉਹਦੀਆਂ ਜਿਹੜੀਆਂ ਮੋਰਲ ਵੈਲਿਊਜ਼ ਨੇ ਉਹ ਸਾਰੀਆਂ ਖਤਮ ਹੋ ਚੁੱਕੀਆਂ ਨੇ। ਇਸ ਪਿੱਛੋਂ ਉਹ ਦੋਵੇਂ ਇਕੱਠਿਆਂ ਨਦੀ ਪਾਰ ਕਰਦੇ ਨੇ। ਚੰਦਰੀ ਪ੍ਰਾਣਾਚਾਰੀਆ ਨੂੰ ਬ੍ਰਾਹਮਣਾਂ ਸਾਹਮਣੇ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੀ। ਉਹ ਸੋਚਦੀ ਹੈ ਵੀ ਅੱਗੇ ਹੀ ਬਹੁਤ ਜਿਹੜਾ ਕਿ ਮਾਨਸਿਕ ਪਰੇਸ਼ਾਨੀ ਚੱਲ ਰਿਹਾ, ਇਸ ਕਰਕੇ ਉਹ ਸਿੱਧੀ ਆਪਣੇ ਘਰ ਜਾਂਦੀ ਹੈ। ਨਾਰਨੱਪੇ ਦੀ ਲਾਸ਼ ਨੂੰ ਦੇਖਦੀ ਹੈ ਜਿੱਥੇ ਬਦਬੂ ਮਾਰ ਰਹੀ ਹੁੰਦੀ ਹੈ ਅਤੇ ਉਸ ਦਾ ਸੰਸਕਾਰ ਕਰਾਉਣ ਲਈ ਉਹ ਚੋਰੀ ਛਪੂਰੀ ਪਹਿਲਾਂ ਸੁਸ਼ੋਪਾ ਨਾਂ ਦੇ ਬੰਦੇ ਕੋਲ ਜਾਂਦੀ ਹੈ, ਪਰ ਉਹ ਸ਼ੂਦਰ ਹੋਣ ਕਰਕੇ ਜਿਹੜਾ ਕਿ ਲਾਸ਼ ਨੂੰ ਹੱਥ ਨਹੀਂ ਲਾਉਂਦਾ ਅਤੇ ਚੰਦਰੀ ਨੂੰ ਜਵਾਬ ਦੇ ਦਿੰਦਾ ਕਿ ਉਹ ਉਹਦਾ ਸੰਸਕਾਰ ਨਹੀਂ ਕਰ ਸਕਦਾ। ਇਸ ਪਿੱਛੋਂ ਚੰਦਰੀ ਮੁਸਲਮਾਨਾਂ ਦੇ ਇਲਾਕੇ ਵਿੱਚ ਜਾਂਦੀ ਹੈ। ਉਹ ਇੱਕ ਅਹਿਮਦ ਬਾਰੀ ਨਾਂ ਦੇ ਬੰਦੇ ਨੂੰ ਮਿਲਦੀ ਹੈ ਅਤੇ ਉਹਨੂੰ ਉਹਦਾ ਨਾਰਨੱਪੇ ਦਾ ਸੰਸਕਾਰ ਕਰਨ ਲਈ ਪ੍ਰੇਰਿਤ ਕਰਦੀ ਹੈ, ਕਹਿੰਦੀ ਹੈ, ਉਹਨੂੰ ਰਿਕੁਐਸਟ ਕਰਦੀ ਹੈ। ਅਹਿਮਦ ਬਾਰੀ ਜਿਹੜਾ ਕਿ ਇੱਕ ਫਿਸ਼ ਮਰਚੈਂਟ ਹੁੰਦਾ ਅਤੇ ਉਹ ਜਿਹੜਾ ਕਿ ਚੰਦਰੀ ਦੀ ਗੱਲ ਸੁਣ ਕੇ ਅਹਿਮਦ ਜਿਹੜਾ ਕਿ ਰੈਡੀ ਹੋ ਜਾਂਦਾ ਅਤੇ ਉਹ ਹਨੇਰੇ ਵਿੱਚ ਗੱਡੇ ਉੱਤੇ ਨਾਰਨੱਪੇ ਦੀ ਲਾਸ਼ ਬਾਲਣ ਲੱਦ ਕੇ ਸ਼ਮਸ਼ਾਨ ਘਾਟ ਵੱਲ ਚਲੇ ਜਾਂਦੇ ਨੇ ਅਤੇ ਉਹਦਾ ਸੰਸਕਾਰ ਕਰ ਦਿੰਦੇ ਨੇ। ਚੰਦਰੀ ਜਦੋਂ ਨਾਰਨੱਪੇ ਦਾ ਸੰਸਕਾਰ ਕਰਦੀ ਹੈ, ਉਹ ਕਿਉਂਕਿ ਉਹਦੀ ਬਿਲਵਡ ਹੁੰਦੀ ਹੈ, ਤਾਂ ਉਹ ਕੁਛ ਸਮੇਂ ਲਈ ਉੱਥੇ ਬੈਠ ਕੇ ਰੋਂਦੀ ਹੈ, ਪਰ ਕੁਛ ਸਮੇਂ ਪਿੱਛੋਂ ਉਹ ਸਾਰੇ ਕੱਪੜੇ ਗਹਿਣੇ ਲੈ ਕੇ ਕੁੰਦਾਪੁਰ ਜਿਹੜਾ ਕਿ ਜਿੱਥੋਂ ਉਹਦਾ ਅਸਲੀ ਘਰ ਹੁੰਦਾ ਉੱਥੇ ਚਲੀ ਜਾਂਦੀ ਹੈ ਅਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਇਹ ਰਾਤ ਨੂੰ ਨਾਰਨੱਪੇ ਦਾ ਸੰਸਕਾਰ ਵੀ ਹੋ ਗਿਆ। ਪਰਿਜਾਤਪੁਰ ਵਿੱਚ ਸ਼ਾਹੂਕਾਰ ਮੰਜਿਆਂ ਦੇ ਘਰ ਨਾਟਕ ਦੀ ਰਿਹਰਸਲ ਕਰਦੇ ਨੌਜਵਾਨਾਂ ਵਿੱਚੋਂ 5 ਜਣਿਆਂ ਸ੍ਰੀਪਤੀ, ਨਾਗਰਾਜ, ਗਣੇਸ਼, ਮੰਜੂਨਾਥ ਅਤੇ ਗੋਗੱਪਾ ਨਾਂ ਦੇ ਜਿਹੜੇ ਕਿ ਬੰਦੇ ਹੁੰਦੇ ਨੇ, ਉਹ ਰਿਹਰਸਲ ਮੁਕਾ ਕੇ ਬਾਕੀਆਂ ਨੂੰ ਘਰੇ ਭੇਜ ਦਿੰਦੇ ਨੇ ਅਤੇ ਉੱਥੋਂ ਵਾਪਸ ਰਾਤ ਨੂੰ ਦਾਰੂ ਪੀ ਕੇ ਨਾਰਨੱਪੇ ਦੀ ਜਿਹੜੀ ਕਿ ਦੇਹ ਨੂੰ ਸੰਸਕਾਰ ਕਰਨ ਲਈ ਉਹਦੇ ਘਰੇ ਪਹੁੰਚ ਜਾਂਦੇ ਨੇ। ਅਤੇ ਜਦੋਂ ਉਹ ਉੱਥੇ ਉਹਦੀ ਲਾਸ਼ ਘਰੇ ਉਹਨਾਂ ਨੂੰ ਮਿਲਦੀ ਨਹੀਂ, ਦਿਖਦੀ ਨਹੀਂ, ਤਾਂ ਉਹ ਸਮਝਣ ਲੱਗ ਜਾਂਦੇ ਨੇ ਕਿ ਉਹ ਭੂਤ ਬਣ ਗਿਆ ਨਾਰਨੱਪਾ ਅਤੇ ਉਹ ਉੱਥੋਂ ਡਰ ਕੇ ਭੱਜ ਜਾਂਦੇ ਨੇ। ਉੱਧਰ ਅਗਲੀ ਸਵੇਰ ਪ੍ਰਾਣਾਚਾਰੀਆ ਹਰ ਰੋਜ਼ ਵਾਂਗ ਕਰਾਉਂਦੀ ਆਪਣੀ ਪਤਨੀ ਨੂੰ ਦਵਾਈ ਪਿਲਾਉਂਦਾ ਹੈ ਤਾਂ ਉਹ ਡੁੱਲ ਜਾਂਦੀ ਹੈ। ਫਿਰ ਜਦੋਂ ਉਹਨੂੰ ਨਹਾਉਣ ਲੱਗਦੇ ਨੇ, ਨਹਾਉਂਦਾ ਆਪਣੀ ਪਤਨੀ ਨੂੰ, ਤਾਂ ਉਸਦੇ ਭੱਦੇ ਅਤੇ ਮੁਰਝਾਏ ਅਤੇ ਸੁੱਕੇ ਅੰਗਾਂ ਨੂੰ ਦੇਖ ਕੇ ਉਹਨਾਂ ਦਾ ਮਨ ਉਦਾਸੀਨ ਹੋ ਜਾਂਦਾ ਹੈ। ਪਹਿਲੀ ਵਾਰ ਤਾਂ ਉਹਨਾਂ ਦੀਆਂ ਨਜ਼ਰਾਂ ਨੂੰ ਸੁੰਦਰਤਾ ਅਤੇ ਕਰੂਪਤਾ ਦਾ ਕੋਈ ਫਰਕ ਨਹੀਂ ਨਜ਼ਰ ਆਉਂਦਾ, ਪਰ ਜਦੋਂ ਉਹ ਚੰਦਰੀ ਨਾਲ ਸਰੀਰਕ ਸੰਬੰਧ ਬਣਾ ਲੈਂਦੇ ਨੇ ਤਾਂ ਉਹਨਾਂ ਨੂੰ ਆਪਣੀ ਪਤਨੀ ਦੀ ਜਿਹੜੀ ਕਿ ਕਰੂਪਤਾ ਵੀ ਨਜ਼ਰ ਆਉਣ ਲੱਗ ਪੈਂਦੀ ਹੈ। ਉਹਦੇ 'ਚ ਕਾਫੀ ਜਿਹੜਾ ਕਿ ਬਦਲਾਵ ਦੇਖਣ ਨੂੰ ਸਾਨੂੰ ਮਿਲਦਾ ਹੈ। ਇਹਨਾਂ ਨੂੰ ਬ੍ਰਾਹਮਣ ਇਕੱਠੇ ਹੋ ਕੇ ਉਹਨਾਂ ਦੇ ਬਰਾਂਡੇ 'ਚ ਆ ਜਾਂਦੇ ਨੇ। ਉਹਨਾਂ ਦੇਖਿਆ ਕਿ ਆਚਾਰੀਆ ਜੀ ਝਿਜਕ ਰਹੇ ਸਨ, ਪਰ ਉਹਨਾਂ ਨੂੰ ਪਛਤਾਤਾਪ ਨਹੀਂ ਸੀ ਕਿ ਹਲਕਾਪਨ ਮਹਿਸੂਸ ਕਰ ਰਹੇ ਸਨ, ਜਿਵੇਂ ਉਹਨਾਂ ਨੂੰ ਆਪਣੀ ਗੁਆਚੀ ਆਜ਼ਾਦੀ ਮਿਲ ਗਈ ਹੋਵੇ। ਪ੍ਰਾਣਾਚਾਰੀਆ ਉਹਨਾਂ ਨੂੰ ਕੋਈ ਪਛਤਾਤਾਪ ਨਹੀਂ ਹੁੰਦਾ, ਉਹਨਾਂ ਨੂੰ ਐਂ ਲੱਗਦਾ ਜਿਵੇਂ ਕਿ ਉਹ ਹਲਕਾ ਮਹਿਸੂਸ ਕਰ ਰਹੇ ਹੁੰਦੇ ਨੇ। ਉਹਨਾਂ ਦੇ ਮੂੰਹੋਂ ਇੰਨੇ ਹੀ ਸ਼ਬਦ ਨਿਕਲਦੇ ਨੇ ਕਿ ਉਹ ਹਨੂੰਮਾਨ, ਉਹਨਾਂ ਨੂੰ ਜਦੋਂ ਪੁੱਛਦੇ ਨੇ ਕੋਈ ਹੱਲ ਮਿਲਿਆ ਬਾਕੀ ਦੇ ਪੰਡਤ ਆ ਕੇ, ਤਾਂ ਉਹ ਕਹਿੰਦੇ ਨੇ ਵੀ ਹਨੂੰਮਾਨ ਜੀ ਨੂੰ ਮੈਂ ਮਨਾ ਨਹੀਂ ਸਕਿਆ, ਇਸ ਕਰਕੇ ਉਹ ਜੋ ਕੁਝ ਕਰਨਾ ਉਹੀ ਕਰਨ ਜੋ ਉਹਨਾਂ ਨੂੰ ਠੀਕ ਲੱਗਦਾ। ਇਹ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਨੇ। ਫਿਰ ਉਹ ਦਾਸਾਚਾਰੀਆ ਦੇ ਸੁਝਾਅ ਅਨੁਸਾਰ ਕੈਮਰ ਦੇ ਸੁਬਣਾਚਾਰੀਆ ਕੋਲ ਜਾਣ ਦਾ ਫੈਸਲਾ ਲੈਂਦੇ ਨੇ, ਪਰੰਤੂ ਉਸਨੇ ਵੀ ਇਸ ਸੰਬੰਧੀ ਕੋਈ ਫੈਸਲਾ ਦੇਣ ਵਿੱਚ ਅਸਮਰਥਾ ਪ੍ਰਗਟ ਕੀਤੀ। ਇਸ ਪਿੱਛੋਂ ਉਹ ਮੱਠ ਵਿੱਚ ਗੁਰੂ ਜੀ ਕੋਲ ਜਾਣ ਦਾ ਫੈਸਲਾ ਲੈਂਦੇ ਨੇ। ਪ੍ਰਾਣਾਚਾਰੀਆ ਆਪਣੀ ਪਤਨੀ ਨੂੰ ਮਾਸਿਕ ਧਰਮ
ਸ਼ੁਰੂ ਹੋਣ ਕਾਰਨ ਬ੍ਰਾਹਮਣਾਂ ਨਾਲ ਕੈਮਰ ਨਹੀਂ ਸਨ ਜਾ ਸਕੇ। ਭੁੱਖ ਉਹਨਾਂ ਨੂੰ ਤੰਗ ਕਰ ਰਹੀ ਸੀ। ਪਰੇਸ਼ਾਨੀ ਦੀ ਹਾਲਤ ਵਿੱਚ ਉਹਨਾਂ ਦੀ ਨਦੀ ਵਿੱਚ ਇਸ਼ਨਾਨ ਕੀਤਾ ਅਤੇ ਫਿਰ ਕੇਲੇ ਖਾਧੇ। ਇਸ ਸਮੇਂ ਉਹਨਾਂ ਨੂੰ ਚੰਦਰੀ ਨਾਲ ਜਿਹੜੇ ਕਿ ਬਿਤਾਏ ਹੋਏ ਪਲ ਵੀ ਯਾਦ ਆਉਣ ਲੱਗੇ। ਪ੍ਰਾਣਾਚਾਰੀਆ ਜਦੋਂ ਘਰ ਪਰਤੇ ਤਾਂ ਪਤਨੀ ਨੂੰ ਬਹੁਤ ਤੇਜ਼ ਬੁਖਾਰ ਸੀ। ਉਸਦੇ ਪੇਟ ਦੇ ਹੇਠਲੇ ਹਿੱਸੇ ਵਿੱਚ ਇੱਕ ਗਿਲਟੀ ਵੀ ਨਿਕਲ ਆਈ ਸੀ। ਕੁਝ ਸਮੇਂ ਮਗਰ ਉਹ ਚੀਕ ਮਾਰ ਕੇ ਮਰ ਗਈ। ਪ੍ਰਾਣਾਚਾਰੀਆ ਨੇ ਕੈਮਰ ਅਗਰਹਾਰ ਤੋਂ 4 ਬ੍ਰਾਹਮਣ ਨਾਲ ਲੈ ਕੇ ਉਸ ਦਾ ਸੰਸਕਾਰ ਕੀਤਾ ਅਤੇ ਬਿਨਾਂ ਉਸਦੇ ਫੁੱਲ ਅਤੇ ਰਾਖ ਜਲ ਪ੍ਰਵਾਹ ਕੀਤੇ ਉਹ ਉੱਥੋਂ ਨਿਕਲ ਤੁਰੇ ਅਤੇ ਫੈਸਲਾ ਕੀਤਾ ਕਿ ਉਹ ਉੱਥੇ ਤੱਕ ਜਾਣਗੇ ਜਿੱਥੋਂ ਤੱਕ ਉਹਨਾਂ ਦੇ ਪੈਰ ਉਹਨਾਂ ਨੂੰ ਲੈ ਕੇ ਜਾਣਗੇ। ਉੱਧਰ ਜਿਹੜੇ ਕਿ ਬ੍ਰਾਹਮਣ ਨਾਰਣਪੇ ਦੀ ਮੌਤ ਦਾ ਜਿਹੜਾ ਕਿ ਸੰਸਕਾਰ ਕਰਨਾ ਹੈ, ਮੌਤ ਹੋਣ ਤੋਂ ਬਾਅਦ ਸੰਸਕਾਰ ਕਰਨ ਦਾ ਉਹਦਾ ਹੱਲ ਲੱਭਣ ਲਈ ਮੱਠ ਵਿੱਚ ਗੁਰੂ ਕੋਲ ਜਾਂਦੇ ਨੇ ਤਾਂ ਗੁਰੂ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਨਾਰਣਪਾ ਬ੍ਰਾਹਮਣ ਹੀ ਮਰਿਆ ਹੈ ਤਾਂ ਉਹਦਾ ਸੰਸਕਾਰ ਰੀਤੀ ਰਿਵਾਜ ਅਨੁਸਾਰ ਕਰ ਦੇਣ, ਪਰ ਉਸਦੇ ਦੋਸ਼ਾਂ ਨੂੰ ਦੂਰ ਕਰਨ ਲਈ ਉਸਦੀ ਜਿਹੜੀ ਸਾਰੀ ਜਾਇਦਾਦ ਹੈ ਸੋਨਾ ਚਾਂਦੀ ਜਿਹੜਾ ਕਿ ਮੱਠ ਨੂੰ ਦਾਨ ਕਰ ਦੇਣ। ਇਸ ਸਮੇਂ ਨਾਰਣਪੇ ਦੀ ਜਾਇਦਾਦ ਦੇ ਹਿੱਸੇ ਉੱਤੇ ਆਪਣਾ ਹੱਕ ਜਤਾ ਰਹੇ ਜਿਹੜੇ ਕਿ ਗਰੁੜਾਚਾਰੀਆ ਅਤੇ ਲਕਸ਼ਮਣਾਚਾਰੀਆ ਵਰਗੇ ਹੁੰਦੇ ਨੇ ਉਹ ਗੁਰੂ ਜੀ ਦੀ ਝਾੜ ਤੋਂ ਡਰ ਜਾਂਦੇ ਨੇ ਅਤੇ ਮਾफ़ੀ ਮੰਗਦੇ ਨੇ। ਉੱਧਰ ਜਿਹੜਾ ਕਿ ਪ੍ਰਾਣਾਚਾਰੀਆ ਪੂਰਬ ਵੱਲ ਨੂੰ ਜੰਗਲ ਵੱਲ ਤੁਰਿਆ ਜਾ ਰਿਹਾ ਹੁੰਦਾ ਆਪਣੀ ਘਰਵਾਲੀ ਦਾ ਸੰਸਕਾਰ ਕਰਨ ਤੋਂ ਬਾਅਦ। ਅਣਜਾਣੀ ਮੰਜ਼ਿਲ ਵੱਲ ਜਾਂਦਿਆਂ ਪ੍ਰਾਣਾਚਾਰੀਆ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਫੈਸਲਾ ਭਾਵੇਂ ਕੁਝ ਵੀ ਸੀ ਪਰ ਉਹਨਾਂ ਦੇ ਪੈਰ ਉਹਨਾਂ ਨੂੰ ਮਨੁੱਖੀ ਬਸਤੀ ਕੋਲ ਖਿੱਚ ਲਿਆਏ ਸਨ। ਇਸ ਦਾ ਮਤਲਬ ਸੀ ਕਿ ਉਹ ਮਨੁੱਖੀ ਸੰਪਰਕ ਦੀ ਸੀਮਾ ਦੇ ਘੇਰੇ ਤੋਂ ਬਾਹਰ ਨਹੀਂ ਜਾ ਸਕਦੇ। ਉਹਨਾਂ ਨੂੰ ਇਹ ਵੀ ਡਰ ਸੀ ਕਿ ਉਹਨਾਂ ਨੂੰ ਕੋਈ ਪਛਾਣ ਨਾ ਲਵੇ। ਭੁੱਖ ਪਿਆਸ ਉਹਨਾਂ ਨੂੰ ਤੰਗ ਕਰ ਰਹੀ ਸੀ। ਉਹਨਾਂ ਇੱਕ ਗਵਾਲੇ ਤੋਂ ਫਲ ਅਤੇ ਕੇਲੇ ਲਏ। ਉਹਨਾਂ ਦੇ ਮਨ ਵਿੱਚ ਜੀਵਨ ਵਿੱਚ ਵਾਪਰੀਆਂ ਵੱਖ-ਵੱਖ ਘਟਨਾਵਾਂ ਅਤੇ ਚੰਦਰੀ ਨਾਲ ਬਿਤਾਏ ਪਲਾਂ ਸੰਬੰਧੀ ਖਿਆਲ ਘੁੰਮ ਰਹੇ ਸਨ। ਉਹ ਸੋਚ ਰਹੇ ਸਨ ਕਿ ਉਹ ਕੁੰਦਾਪੁਰ ਜਾ ਕੇ ਚੰਦਰੀ ਨੂੰ ਲੱਭ ਲੈਣਗੇ। ਚਲਦਿਆਂ ਚਲਦਿਆਂ ਪੁੱਟ ਨਾਂ ਦਾ ਇੱਕ ਨੌਜਵਾਨ ਉਹਨਾਂ ਨੂੰ ਰਸਤੇ 'ਚ ਮਿਲਦਾ। ਉਹਨਾਂ ਦੱਸਿਆ ਕਿ ਉਹ ਮਲੇਰ ਜਾਤ ਦਾ ਹੈ ਅਤੇ ਮਾਲਿਗੇ ਦਾ ਯਾਤਰਾ ਉਤਸਵ ਦੇਖਣ ਜਾ ਰਿਹਾ ਹੈ। ਪ੍ਰਾਣਾਚਾਰੀਆ ਦੀ ਉਸ ਨਾਲ ਗੱਲਬਾਤ ਕਰਨ ਦੀ ਕੋਈ ਇੱਛਾ ਨਹੀਂ ਸੀ। ਉਸਦੇ ਪੁੱਛਣ 'ਤੇ ਉਹਨਾਂ ਦੱਸਿਆ ਕਿ ਉਹ ਹੇਠਲੀ ਘਾਟੀ ਵਿੱਚ ਰਹਿੰਦੇ ਹਨ ਅਤੇ ਦਰਸ਼ਨਾਂ ਲੈਣ ਲਈ ਨਿਕਲੇ ਨੇ। ਪੁੱਟ ਨੇ ਕਿਹਾ ਕਿ ਉਹ ਉੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹੈ। ਪ੍ਰਾਣਾਚਾਰੀਆ ਨੇ ਦੱਸਿਆ ਕਿ ਉਹ ਕੁੰਦਾਪੁਰ ਰਹਿੰਦੇ ਹਨ। ਪੁੱਟ ਉਹਨਾਂ ਨੂੰ ਆਪਣੇ ਨਾਲ ਗੱਲੀ ਲਾਉਣਾ ਚਾਹੁੰਦਾ ਸੀ। ਪ੍ਰਾਣਾਚਾਰੀਆ ਉਸ ਤੋਂ ਜਿਹੜਾ ਕਿ ਪਿੱਛਾ ਛਡਾਉਣਾ ਚਾਹੁੰਦਾ ਸੀ, ਪਰ ਉਹ ਉਹਨਾਂ ਨੂੰ ਜੋਕ ਵਾਂਗ ਚਿੰਬੜਿਆ ਹੋਇਆ ਸੀ। ਜਿਹੜਾ ਕਿ ਪੁੱਟ ਹੁੰਦਾ ਹੈ ਉਹ ਇੱਕ ਗਾਲੜੀ ਕਿਸਮ ਦਾ ਜਿਹੜਾ ਕਿ ਪਾਤਰ ਇਹਦੇ ਵਿੱਚ ਉੱਭਰ ਕੇ ਆਉਂਦਾ ਹੈ। ਜੇਕਰ ਉਹ ਬੈਠ ਜਾਂਦਾ ਸੀਗਾ ਪ੍ਰਾਣਾਚਾਰੀਆ ਤਾਂ ਉਹ ਵੀ ਬੈਠ ਜਾਂਦਾ ਸੀ, ਜੇ ਉਹ ਤੁਰ ਪੈਂਦੇ ਤਾਂ ਉਹ ਵੀ ਤੁਰ ਪੈਂਦਾ ਸੀ। ਇੱਕ ਵਾਰੀ ਰਸਤੇ ਜਾਂਦੇ ਜਾਂਦੇ ਪ੍ਰਾਣਾਚਾਰੀਆ ਇੱਕ ਦਰਖਤ ਦੇ ਨੀਚੇ ਬਹਿ ਜਾਂਦਾ ਤਾਂ ਪੁੱਟ ਉਹਦੇ ਕੋਲ ਆ ਕੇ ਬਹਿ ਜਾਂਦਾ ਤਾਂ ਪੁੱਟਾ ਜਿਹੜਾ ਕੀ ਹੁੰਦਾ ਜੇਬ 'ਚੋਂ ਬੀੜੀ ਕੱਢ ਕੇ ਅਤੇ ਮਾਚਿਸ ਨਾਲ ਬੀੜੀ ਬਾਲਦਾ ਅਤੇ ਉਹ ਪ੍ਰਾਣਾਚਾਰੀਆ ਨੂੰ ਆਫਰ ਕਰਦਾ ਅਤੇ ਅਸਲ 'ਚ ਪੁੱਟਾਂ ਨੂੰ ਇਲਮ ਨਹੀਂ ਹੁੰਦਾ ਕਿ ਪ੍ਰਾਣਾਚਾਰੀਆ ਇੱਕ ਵਿਦਵਾਨ ਪੰਡਤ ਹੈ। ਪ੍ਰਾਣਾਚਾਰੀਆ ਕੁਝ ਸੋਚਣ ਵੱਲ ਧਿਆਨ ਲਾਉਣਾ ਚਾਹੁੰਦਾ ਪਰੰਤੂ ਜਿਹੜਾ ਪੁੱਟ ਹੈ ਲਗਾਤਾਰ ਉਹਦੀਆਂ ਗੱਲਾਂ ਵਿੱਚ ਦਖਲ ਦੇ ਰਿਹਾ ਹੁੰਦਾ। ਉਹਨੂੰ ਬੁਝਾਰਤਾਂ ਪਾ ਕੇ ਉਹਨਾਂ ਨੂੰ ਗੱਲਾਂ ਬਾਤਾਂ ਵਿੱਚ ਉਲਝਾਉਂਦਾ ਹੈ। ਪਰ ਪ੍ਰਾਣਾਚਾਰੀਆ ਨੇ ਅੱਗੇ ਰਸਤੇ ਨੂੰ 2 ਹਿੱਸਿਆਂ ਵਿੱਚ ਵੰਡ ਹੁੰਦਾ ਦੇਖ ਕੇ ਉਸਨੂੰ ਪੁੱਛਿਆ ਕਿ ਉਸਨੇ ਕਿਹੜੇ ਰਸਤੇ ਜਾਣਾ ਹੈ। ਜਦੋਂ ਉਸਨੇ ਇੱਕ ਰਸਤੇ ਵੱਲ ਇਸ਼ਾਰਾ ਕੀਤਾ ਤਾਂ ਪ੍ਰਾਣਾਚਾਰੀਆ ਜਿਹੜਾ ਕਿ ਦੂਜਾ ਰਸਤਾ ਦੱਸਦਾ ਵੀ ਮੈਂ ਤਾਂ ਇੱਧਰ ਜਾਣਾ, ਮੈਂ ਨਹੀਂ ਤੇਰੇ ਨਾਲ ਜਾਣਾ। ਤਾਂ ਪੁੱਟ ਨੇ ਕਿਹਾ ਕਿ ਦੋਵੇਂ ਰਸਤੇ ਮੇਲੀਗਾ ਜਾਂਦੇ ਹਨ ਅਤੇ ਉਹ ਉਹਨਾਂ ਨਾਲ ਹੀ ਤੁਰ ਪਿਆ। ਰਸਤੇ ਵਿੱਚ ਉਸਨੇ ਪ੍ਰਾਣਾਚਾਰੀਆ ਨੂੰ ਗੁੜ ਅਤੇ ਨਾਰੀਅਲ ਦੇ ਟੁਕੜੇ ਦਿੱਤੇ ਜੋ ਉਹਨਾਂ ਲੈ ਲਏ। ਗੱਲਾਂ ਵਿੱਚ ਪੁੱਟ ਨੇ ਆਪਣੀ ਪਤਨੀ ਅਤੇ ਬੱਚਿਆਂ ਬਾਰੇ ਦੱਸਿਆ ਕਿ ਉਸਦੀ ਪਤਨੀ ਨਾਲ ਉਸਦੀ ਅਣਬਣ ਰਹਿੰਦੀ ਹੈ ਕਿਉਂਕਿ ਉਹ ਹਰ 2 ਮਹੀਨਿਆਂ ਪਿੱਛੋਂ ਮਾਪਿਆਂ ਦੇ ਤੁਰੀ ਰਹਿੰਦੀ ਹੈ। ਉਹ ਉਸਨੂੰ ਮਾਰਦਾ ਕੁੱਟਦਾ ਵੀ ਹੈ ਪਰ ਉਹ ਫਿਰ ਵੀ ਨਹੀਂ ਹਟਦੀ ਅਤੇ ਖੂਹ ਵਿੱਚ ਡੁੱਬ ਕੇ ਮਰਨ ਦੀ ਧਮਕੀਆਂ ਦਿੰਦੀ ਹੈ। ਪੁੱਟ ਅਜਿਹੀਆਂ ਗੱਲਾਂ ਕਰ ਰਿਹਾ ਸੀ ਪਰੰਤੂ ਪ੍ਰਾਣਾਚਾਰੀਆ ਆਪਣੀ ਤਰਸ਼ੂਕ ਵਾਲੀ ਸਥਿਤੀ ਵਿੱਚ ਨਿਕਲਣ ਬਾਰੇ ਸੋਚਣਾ ਚਾਹੁੰਦਾ। ਜਿਹੜੀ ਉਹ ਗਿਲਟ ਦੇ ਵਿੱਚ ਫਸਿਆ ਹੁੰਦਾ ਵੀ ਉਹਨੇ ਚੰਦਰੀ ਨਾਲ ਸਹਿਵਾਸ ਕੀਤਾ, ਉਸ ਗਿਲਟ 'ਚੋਂ ਨਿਕਲਣਾ ਚਾਹੁੰਦਾ ਪਰ ਪੁੱਟ ਉਹਨੂੰ ਸੋਚਣ ਨਹੀਂ ਦੇ ਰਿਹਾ। ਦੁਪਹਿਰੇ 3 ਵਜੇ ਪੁੱਟ ਅਤੇ ਪ੍ਰਾਣਾਚਾਰੀਆ ਮੇਲੀਗੇ ਤਾਲਾਬ ਦੇ ਕੰਢੇ ਪੁੱਜੇ ਅਤੇ ਉੱਥੇ ਉਹਨਾਂ ਹੱਥ ਪੈਰ ਧੋਤੇ। ਲੋਕ ਸ਼ਹਿਰ ਵਿੱਚ ਰੁਕੇ ਮੰਦਰ ਦੇ ਰੱਥ ਉੱਤੇ ਨਾਰੀਅਲ ਅਤੇ ਫੁੱਲਾਂ ਨਾਲ ਮੱਥਾ ਟੇਕ ਰਹੇ ਸਨ। ਭੀੜ ਬਹੁਤ ਸੀ। ਪ੍ਰਾਣਾਚਾਰੀਆ ਨੂੰ ਡਰ ਸੀ ਕਿ ਕੋਈ ਉਹਨਾਂ ਨੂੰ ਪਛਾਣ ਨਾ ਲਵੇ। ਪੁੱਟ ਨੇ ਕਿਹਾ ਕਿ ਉਹ ਭੀੜ ਹਟਣ ਮਗਰੋਂ ਮੱਥਾ ਟੇਕਣਗੇ। ਇਸ ਮੇਲੇ ਵਿੱਚ ਕਪੂਰ ਅਤੇ ਅਗਰਬੱਤੀਆਂ ਧੁਖ ਰਹੀਆਂ ਸੀ। ਪੀਪਣੀਆਂ, ਨਵੇਂ ਕੱਪੜੇ ਅਤੇ ਗੁਬਾਰੇ ਵੀ ਵਿਕ ਰਹੇ ਸੀ। ਪੁੱਟ ਨੇ ਬੰਬਈ ਦੇ ਬਕਸੇ ਵਾਲਾ ਤਮਾਸ਼ਾ ਦੇਖਿਆ। ਫਿਰ ਉਹਨਾਂ ਇੱਕ ਡੂਮ ਦੇ ਕਲਾਬਾਜੀ ਦੇ ਖੇਲ ਦੇਖੇ ਜਿੱਥੇ ਇੱਕ ਪਤਲੀ ਜਿਹੀ ਕੁੜੀ ਨੱਚ ਰਹੀ ਸੀ। ਇੱਕ ਪਾਸੇ ਅਪਾਹਜ ਅੰਨੇ ਕਰੂਪ ਸ਼ਕਲਾਂ ਵਾਲੇ ਕੋਹੜੀ ਅਤੇ ਭਿਖਾਰੀ ਸਨ।
ਪੁੱਟ ਨੇ ਇੱਕ ਦੇ ਅੱਗੇ ਪੈਸਾ ਸੁੱਟਿਆ। ਫਿਰ ਉਸਨੇ ਇੱਕ ਰੀਵਨ ਅਤੇ ਬੱਚਿਆਂ ਲਈ ਪੀਪਣੀਆਂ ਖਰੀਦੀਆਂ। ਫਿਰ ਇੱਕ ਦੁਕਾਨ ਤੋਂ ਸੋਡਾ ਪੀਤਾ। ਪ੍ਰਾਣਾਚਾਰੀਆ ਇਹਨਾਂ ਸੁੱਖਾਂ ਤੋਂ ਨਿਰਲੇਪ ਭੀੜ ਵੱਲ ਵੇਖਦੇ ਰਹੇ। ਭੀੜ ਵਿੱਚ ਮਠਿਆਈਆਂ ਵਾਲਿਆਂ ਦੇ ਹੋਕੇ ਅਤੇ ਸ਼ੰਖਾਂ ਦੀ ਆਵਾਜ਼ ਆ ਰਹੀ ਸੀ। ਚੂੜੀਆਂ ਅਤੇ ਵਣਜਾਰੇ ਦੀਆਂ ਦੁਕਾਨਾਂ ਉੱਤੇ ਔਰਤਾਂ ਦੀ ਭੀੜ ਸੀ। ਹਰ ਪਾਸੇ ਚੁਸਤ ਅਤੇ ਉਤਸੁਕ ਅੱਖਾਂ ਸਨ। ਪ੍ਰਾਣਾਚਾਰੀਆ ਸੋਚ ਰਹੇ ਸਨ ਕਿ ਆਪਣੇ ਨਿਰਣੇ ਦੀ ਪਾਲਣਾ ਲਈ ਉਹਨਾਂ ਨੂੰ ਜੀਵਨ ਵਿੱਚ ਰੁਚੀ ਲੈਣ ਦੀ ਸਮਰੱਥਾ ਵੀ ਪੈਦਾ ਕਰਨੀ ਚਾਹੀਦੀ ਹੈ। ਇਸ ਪਿੱਛੋਂ ਪੁੱਟ ਨੇ ਨਾ ਕਰਦਿਆਂ ਪ੍ਰਾਣਾਚਾਰੀਆ ਨੂੰ ਇੱਕ ਦੁਕਾਨ ਤੋਂ ਕੌਫੀ ਪਿਲਾਈ। ਪ੍ਰਾਣਾਚਾਰੀਆ ਡਰ ਰਹੇ ਸਨ ਕਿ ਉਹਨਾਂ ਨੂੰ ਕੋਈ ਇਸ ਗੰਦੇ ਹੋਟਲ ਤੋਂ ਕੌਫੀ ਪੀਂਦੇ ਦੇਖ ਲਵੇ ਤਾਂ ਕੀ ਕਹੇ। ਨਾਲ ਹੀ ਉਹ ਸੋਚ ਰਹੇ ਨੇ ਕਿ ਹੁਣ ਉਹਨਾਂ ਨੂੰ ਇਹਨਾਂ ਡਰਾਂ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ ਹੈ। ਇਸ ਪਿੱਛੋਂ ਉਹ ਉਹਨਾਂ ਨੀਵੇਂ ਲੋਕਾਂ ਦੇ ਟੋਲੇ ਵਿੱਚ ਖੜ੍ਹੇ ਹੋ ਕੇ ਮੁਰਗਿਆਂ ਦੀ ਲੜਾਈ ਦੇਖਣ ਲੱਗ ਜਾਂਦੇ ਨੇ। ਪੁੱਟ ਨੇ ਇੱਥੇ ਇੱਕ ਅਜਨਬੀ ਨਾਲ ਇੱਕ ਮੁਰਗੇ ਦੀ ਜਿੱਤ ਸੰਬੰਧੀ ਸ਼ਰਤ ਲਾਈ ਅਤੇ 12 ਆਨੇ ਜਿੱਤ ਲਏ। ਅਜਨਬੀ ਪੁੱਟ ਨੂੰ ਇੱਕ ਵਾਰੀ ਹੋਰ ਸ਼ਰਤ ਲਾਉਣ ਲਈ ਕਹਿ ਰਿਹਾ ਹੁੰਦਾ, ਪਰ ਪੁੱਟ ਉੱਠ ਕੇ ਤੁਰ ਪਿਆ। ਤਾਂ ਪੁੱਟ ਨੂੰ ਮਾਰਨ ਕੁੱਟਣ ਲਈ ਅੱਗੇ ਵਧਿਆ, ਪਰ ਪ੍ਰਾਣਾਚਾਰੀਆਂ ਦੇ ਹੱਥ ਅੱਗੇ ਕਰਨ 'ਤੇ ਉਹ ਇੱਕ ਬ੍ਰਾਹਮਣ ਨੂੰ ਵਿੱਚ ਆਇਆ ਦੇਖ ਕੇ ਰੁਕ ਵੀ ਜਾਂਦਾ। ਇਸ ਪਿੱਛੋਂ ਪ੍ਰਾਣਾਚਾਰੀਆਂ ਨੇ ਪੁੱਟ ਨੂੰ ਕਿਹਾ ਕਿ ਹੁਣ ਉਹ ਉਹਨਾਂ ਨੂੰ ਉਹਨਾਂ ਦੇ ਰਾਹ ਜਾਣ ਦੇਵੇ, ਕਿਉਂਕਿ ਜਿਹੜਾ ਪੁੱਟ ਹੈ ਇੱਕ ਗਾਲੜੀ ਕਿਸਮ ਦਾ ਇਨਸਾਨ ਹੈ। ਉਹ ਪ੍ਰਾਣਾਚਾਰੀਆ ਦਾ ਜਿਹੜਾ ਕਿ ਰਾਹ ਹੀ ਨਹੀਂ ਛੱਡ ਰਿਹਾ ਹੁੰਦਾ। ਉਸ ਤੋਂ ਬਾਅਦ ਪ੍ਰਾਣਾਚਾਰੀਆ ਉਹਨੂੰ ਕਹਿੰਦਾ ਵੀ ਉਹ ਉਹਨੂੰ ਰਾਹ ਜਾਣ ਦੇ ਅਤੇ ਤੂੰ ਆਪਣੇ ਰਾਹ ਜਾ। ਤਾਂ ਇਹ ਗੱਲ ਸੁਣ ਕੇ ਪੁੱਟ ਜਿਹੜਾ ਕਿ ਨਿਰਾਸ਼ ਵੀ ਹੋ ਜਾਂਦਾ ਹੈ। ਪਰ ਜਿਹੜਾ ਕਿ ਪ੍ਰਾਣਾਚਾਰੀਆ ਉਹਨੂੰ ਕਹਿੰਦਾ ਵੀ ਮੈਂ ਤਾਂ ਹੁਣ ਅਲੱਗ ਜਾਊਂਗਾ ਅਤੇ ਮੇਰੇ ਕੋਲ ਕੁਛ ਸੋਨਾ ਹੈ, ਉਹ ਸੋਨਾ ਕਿਸੇ ਨੂੰ ਦੇ ਕੇ ਮੈਂ ਕੁਝ ਪੈਸੇ ਲੈਣੇ ਆ। ਤਾਂ ਪ੍ਰਾਣਾਚਾਰੀਆ ਜਦੋਂ ਜਾਣ ਲੱਗਦਾ ਤਾਂ ਪੁੱਟ ਉਹਨੂੰ ਰੋਕ ਲੈਂਦਾ, ਕਹਿੰਦਾ ਮੇਰਾ ਇੱਕ ਜਾਣਕਾਰ ਸੁਨਿਆਰਾ ਹੈਗਾ ਵੀ ਮੈਂ ਤੈਨੂੰ ਉਹਦੇ ਕੋਲ ਲੈ ਜਾਂਦਾ। ਅਤੇ ਜਦੋਂ ਉੱਥੇ ਜਾ ਕੇ ਉਹ ਪੈਸੇ ਲੈਂਦੇ ਨੇ ਸੋਨੇ ਬਦਲੇ, ਤਾਂ ਪ੍ਰਾਣਾਚਾਰੀਆ 10 ਰੁਪਏ ਹੀ ਲੈ ਕੇ ਮੰਨ ਜਾਂਦਾ, ਜਦੋਂ ਕਿ ਪੁੱਟ ਨੂੰ ਕਹਿ ਰਿਹਾ ਹੁੰਦਾ ਵੀ ਇਹਦੇ ਤਾਂ 15 ਰੁਪਏ ਬਣਦੇ ਆ। ਅਤੇ ਇਸ ਗੱਲ 'ਤੇ ਜਿਹੜਾ ਕਿ ਪੁੱਟ ਥੋੜ੍ਹਾ ਜਿਹਾ ਨਾਰਾਜ਼ ਵੀ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਜਦੋਂ ਅਲੱਗ-ਅਲੱਗ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁੱਟ ਪ੍ਰਾਣਾਚਾਰੀਆ ਨੂੰ ਫਿਰ ਕਹਿੰਦਾ ਵੀ ਕੋਈ ਗੱਲ ਨਹੀਂ, ਉਹਨੂੰ ਬੱਸ ਚੜ੍ਹਾ ਆਊਗਾ, ਪਰ ਉਹ ਹੁਣ ਉਹਦੇ ਨਾਲ ਚੱਲੇ, ਉਹ ਇਕੱਲਾ ਨਹੀਂ ਜਾਣਾ ਚਾਹੁੰਦਾ। ਉਹ ਪ੍ਰਾਣਾਚਾਰੀਆ ਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ, ਮੈਂ ਇੱਕ ਬੰਦੇ ਨੂੰ ਮਿਲਣਾ। ਫਿਰ ਉਸ ਤੋਂ ਬਾਅਦ ਆਪਾਂ ਮੰਦਰ 'ਚ ਭੋਜਨ ਕਰਾਂਗੇ ਅਤੇ ਫਿਰ ਰਾਤ ਨੂੰ ਉੱਥੇ ਰਹਿ ਕੇ ਮੈਂ ਸਵੇਰੇ ਤੈਨੂੰ ਜਿਹੜਾ ਕਿ ਤੀਰਥ ਹੱਲੀ ਵੱਲ ਛੱਡ ਦੂੰਗਾ। ਪ੍ਰਾਣਾਚਾਰੀਆ ਮੰਨ ਜਾਂਦਾ ਹੈ। ਫਿਰ ਉਹ ਤਾਂ ਪੁੱਟ ਕੀ ਕਰਦਾ ਹੈ, ਪ੍ਰਾਣਾਚਾਰੀਆ ਨੂੰ ਇੱਕ ਸੁਨਸਾਨ ਰਸਤੇ ਵਿੱਚੋਂ ਲੰਘਾ ਕੇ ਇੱਕ ਬਗੀਚੇ ਵਿੱਚ ਲੈ ਜਾਂਦਾ ਹੈ, ਜਿੱਥੇ ਇੱਕ ਪਦਮਾਵਤੀ ਨਾਂ ਦੀ ਸੁੰਦਰ ਵੇਸਵਾ ਕੁੜੀ ਹੁੰਦੀ ਹੈ। ਪਦਮਾਵਤੀ ਪੁੱਟ ਨੂੰ ਦੇਖ ਕੇ ਖੁਸ਼ ਹੁੰਦੀ ਹੈ ਅਤੇ ਪੁੱਟ ਪਦਮਾਵਤੀ ਨਾਲ ਜਿਹੜਾ ਕਿ ਪ੍ਰਾਣਾਚਾਰੀਆ ਦੀ ਮੁਲਾਕਾਤ ਕਰਾਉਂਦਾ ਅਤੇ ਕਹਿੰਦਾ ਵੀ ਪ੍ਰਾਣਾਚਾਰੀਆ ਇੱਕ ਮਹਾਨ ਆਚਾਰੀਆ ਨੇ। ਉਸ ਤੋਂ ਬਾਅਦ ਪਦਮਾਵਤੀ ਉਹਨਾਂ ਨੂੰ ਖਾਣ ਲਈ ਪਾਨ ਸੁਪਾਰੀ ਪੇਸ਼ ਕਰਦੀ ਹੈ ਅਤੇ ਪੁੱਟ ਪਾਨ ਸੁਪਾਰੀ ਦੇ ਬੀੜੇ ਤਿਆਰ ਕਰਦਾ ਹੈ ਅਤੇ ਪਦਮਾਵਤੀ ਨੂੰ ਕਹਿੰਦਾ ਵੀ ਅੱਜ ਆਚਾਰੀਆ ਜੀ ਤੇਰੇ ਕੋਲ ਰੁਕਣਗੇ, ਅਤੇ ਪਦਮਾਵਤੀ ਇਸ ਗੱਲ ਲਈ ਹਾਂ ਵੀ ਕਰ ਦਿੰਦੀ ਹੈ। ਉਸ ਤੋਂ ਬਾਅਦ ਪੁੱਟ ਹੈ ਜਿਹੜਾ ਕਿ ਆਚਾਰੀਆ ਨੂੰ ਲੈ ਕੇ ਇੱਕ ਮੰਦਰ ਵਿੱਚ ਚਲਾ ਜਾਂਦਾ ਹੈ ਅਤੇ ਰਸਤੇ 'ਚ ਜਾਂਦਾ ਹੋਇਆ ਉਹ ਆਚਾਰੀਆ ਜੀ ਨੂੰ ਦੱਸ ਰਿਹਾ ਹੁੰਦਾ ਪ੍ਰਾਣਾਚਾਰੀਆ ਨੂੰ ਵੀ ਜਿਹੜੀ ਪਦਮਾਵਤੀ ਹੈ ਕੋਈ ਆਮ ਇਸਤਰੀ ਨਹੀਂ ਹੈਗੀ, ਨਾ ਤਾਂ ਇਹ ਪੈਸਿਆਂ 'ਚ ਵਿਕਣ ਵਾਲੀ ਹੈ ਅਤੇ ਨਾ ਹੀ ਕੋਈ ਆਮ ਵੇਸਵਾ ਹੈ ਜਿਹੜੀ ਹਰ ਚਾਲੂ ਬੰਦੇ ਨਾਲ ਲੱਗ ਪਵੇ, ਵੀ ਇੱਕ ਬਹੁਤ ਵਧੀਆ ਇਸਤਰੀ ਹੈ, ਹਾਲਾਂਕਿ ਇਹ ਵੇਸਵਾ ਹੀ ਹੈ। ਉਸ ਤੋਂ ਬਾਅਦ ਜਿਹੜਾ ਪੁੱਟ ਹੈ ਉਹ ਪ੍ਰਾਣਾਚਾਰੀਆ ਨੂੰ ਇੱਕ ਮੰਦਰ ਵਿੱਚ ਖਾਣਾ ਖਾਣ ਲਈ ਲੈ ਜਾਂਦਾ। ਜਦੋਂ ਖਾਣਾ ਖਾਣ ਲਈ ਲੈ ਜਾਂਦਾ ਤਾਂ ਪ੍ਰਾਣਾਚਾਰੀਆ ਅੰਦਰੋਂ ਡਰਦਾ ਵੀ ਕਿਤੇ ਇੱਥੇ ਬੈਠੇ ਨੂੰ ਉਹਨੂੰ ਕੋਈ ਦੇਖ ਨਾ ਲਵੇ, ਪਛਾਣ ਨਾ ਲਵੇ। ਜੇ ਉਹਨੂੰ ਪਛਾਣ ਲਿਆ ਤਾਂ ਉਹਨੂੰ ਡਰ ਹੈ ਵੀ ਕਿਤੇ ਅਨਰਥ ਨਾ ਹੋ ਜਾਏ, ਤਾਂ ਲੋਕ ਕੀ ਸੋਚਣਗੇ ਵੀ ਮੈਂ ਇਸ ਸੂਤਕ ਮੰਦਰ ਦੇ ਵਿੱਚ ਬੈਠਿਆ ਕੀ ਕਰ ਰਿਹਾ। ਅਤੇ ਉਸ ਤੋਂ ਬਾਅਦ ਜਦੋਂ ਉਹ ਬੈਠਦਾ ਹੈ ਤਾਂ ਉਹਨੂੰ ਇੱਕ ਪੰਡਤ ਪੱਤਲ ਦੇ ਦਿੰਦਾ ਖਾਣਾ ਖਾਣ ਲਈ, ਅਤੇ ਜਦੋਂ ਖਾਣਾ ਖਾਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਬੰਦਾ ਉਹਦੇ ਕੋਲ ਬੈਠਿਆ ਹੁੰਦਾ ਤਾਂ ਉਹ ਜ਼ਿਕਰ ਕਰਦਾ ਵੀ ਮੇਰੀ ਇੱਕ ਜਵਾਨ ਧੀ ਹੈ ਪਰ ਰੰਗ ਦੀ ਕਾਲੀ ਹੈ, ਅਤੇ ਉਹਨੂੰ ਕਹਿੰਦਾ ਵੀ ਜੇ ਪ੍ਰਾਣਾਚਾਰੀਆ ਨੂੰ ਕਹਿੰਦਾ ਵੀ ਜੇ ਕੋਈ ਮੁੰਡਾ ਹੈਗਾ ਤਾਂ ਮੇਰੀ ਧੀ ਦਾ ਜਿਹੜਾ ਕਿ ਲਗਨ ਕਿਸੇ ਨਾਲ ਕਰਵਾ ਦੇ, ਜੇ ਉਹਦੀ ਨਿਗਾਹ 'ਚ ਕੋਈ ਮੁੰਡਾ ਹੈਗਾ। ਇਹਨਾਂ ਨੂੰ ਇੱਕ ਸਬਜ਼ੀ ਲੈ ਕੇ ਪ੍ਰਾਣਾਚਾਰੀਆ ਕੋਲ ਬੰਦਾ ਆਉਂਦਾ ਹੈ ਅਤੇ ਉਹ ਉਹਨੂੰ ਸਬਜ਼ੀ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਜਦੋਂ ਪਾਉਂਦਾ ਤਾਂ ਪ੍ਰਾਣਾਚਾਰੀਆ ਨੂੰ ਦੇਖ ਕੇ ਕਹਿੰਦਾ ਵੀ ਮੈਂ ਤੁਹਾਨੂੰ ਕਿਤੇ ਦੇਖਿਆ ਹੋਇਆ ਜੀ। ਤਾਂ ਪ੍ਰਾਣਾਚਾਰੀਆ ਘਬਰਾ ਜਾਂਦਾ, ਤਾਂ ਉਹ ਇੱਕਦਮ ਉੱਠ ਖੜ੍ਹਦਾ ਵੀ ਮੈਂ ਤਾਂ ਹੁਣ ਵਾਪਸ ਆਪਣੇ ਦਰਵਾਸਾਪੁਰ ਜਾਊਂਗਾ ਅਤੇ ਉੱਥੇ ਜਾ ਕੇ ਸਾਰਿਆਂ ਨੂੰ ਸੱਚੋ ਸੱਚ ਦੱਸ ਦੂੰਗਾ ਵੀ ਮੈਂ ਆਹ ਕੁਛ ਮੇਰੇ ਤੋਂ ਹੋਇਆ। ਅਤੇ ਕੁਛ ਸਮੇਂ ਬਾਅਦ ਉਹ ਸਬਜ਼ੀ ਵਾਲਾ ਭਾਈ ਫੇਰ ਉਹਦੇ ਕੋਲ ਆਉਂਦਾ, ਪ੍ਰਾਣਾਚਾਰੀਆ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਪਛਾਣ ਲਿਆ, ਵੀ ਤੁਸੀਂ ਐਡੇ ਮਹਾਨ ਬੰਦੇ, ਤੁਸੀਂ ਇੱਥੇ ਸੂਤਕ ਮੰਦਰ 'ਚ ਕੀ ਕਰਦੇ ਹੋ? ਤੁਹਾਨੂੰ ਤਾਂ ਕਿਸੇ ਵਧੀਆ ਸ਼ਾਹੂਕਾਰ ਦੇ ਘਰੇ ਹੋਣਾ ਚਾਹੀਦਾ ਮਹਾਭੋਜ ਲਈ, ਵੀ ਤੁਸੀਂ ਬੈਠੋ, ਮੈਂ ਹੁਣੇ ਸ਼ਾਹੂਕਾਰ ਨੂੰ ਦੱਸ ਕੇ ਆਇਆ। ਅਤੇ ਜਿਹੜਾ ਕਿ ਸਬਜ਼ੀ ਵਾਲਾ ਹੁੰਦਾ ਉੱਥੇ ਵਰਤਾਵਾ ਹੁੰਦਾ ਹੈ, ਉਹ ਸ਼ਾਹੂਕਾਰ ਨੂੰ ਦੱਸਣ ਚਲਾ ਜਾਂਦਾ, ਪਰ
ਜਿਹੜਾ ਪ੍ਰਾਣਾਸ਼ਚਾਰੀ ਹੁੰਦੇ ਆ ਉਹ ਘਬਰਾ ਜਾਂਦੇ ਆ ਅਤੇ ਉੱਥੋਂ ਉੱਠ ਕੇ ਨਿਕਲਣ ਦੀ ਰੈਡੀ ਹੋ ਜਾਂਦੇ ਆ। ਅਤੇ ਜਦੋਂ ਪੱਤਲ ਝਾੜ ਕੇ ਉੱਥੋਂ ਬਾਹਰ ਨਿਕਲਦੇ ਆ ਤਾਂ ਪੁੱਟ ਬੜਾ ਹੈਰਾਨ ਹੋ ਜਾਂਦਾ ਵੀ ਇਹ ਭੱਜ ਕੇ ਬਾਹਰ ਨੂੰ ਕਿਉਂ ਜਾ ਰਹੇ ਨੇ। ਤਾਂ ਪੁੱਟ ਪ੍ਰਾਣਾਸ਼ਚਾਰੀਆਂ ਨੂੰ ਭੱਜ ਕੇ ਪੁੱਛਦਾ ਵੀ ਉਹ ਬਾਹਰ ਨੂੰ ਕਿਉਂ ਜਾ ਰਹੇ ਨੇ। ਤਾਂ ਪ੍ਰਾਣਾਸ਼ਚਾਰੀਆ ਕਹਿੰਦੇ ਕਿ ਉਹਨਾਂ ਨੂੰ ਮੰਦਰ 'ਚ ਖਬਰ ਮਿਲੀ ਹੈ ਕਿ ਉਹਨਾਂ ਦਾ ਇੱਕ ਭਰਾ ਜਿਹੜਾ ਦਰਵਾਸਾਪੁਰ ਵਿੱਚ ਆਖਰੀ ਸਾਹਾਂ 'ਤੇ ਪਿਆ, ਤਾਂ ਕਰਕੇ ਉਹਦਾ ਜਾਣਾ ਬਹੁਤ ਜ਼ਰੂਰੀ ਹੈ। ਤਾਂ ਪੁੱਟ ਥੋੜ੍ਹਾ ਜਿਹਾ ਢਿੱਲਾ ਵੀ ਪੈ ਜਾਂਦਾ ਕਿਉਂਕਿ ਉਹਦਾ ਚਾਹੁੰਦਾ ਵੀ ਪ੍ਰਾਣਾਸ਼ਚਾਰੀ ਆ ਜਿਹੜਾ ਕਿ ਰਾਤ ਆ ਜਿਹੜੀ ਕਿ ਉਹ ਪਦਮਾਵਤੀ ਨਾਲ ਸਪੈਂਡ ਕਰੇ, ਪਰ ਉਹ ਉਹਨੂੰ ਕੁਝ ਕਹਿੰਦਾ ਨਹੀਂ ਅਤੇ ਚੁੱਪ ਕਰ ਜਾਂਦਾ। ਅਤੇ ਪ੍ਰਾਣਾਸ਼ਚਾਰੀਆ ਪੁੱਟ ਨੂੰ ਕਹਿੰਦਾ ਕਿ ਉਹ ਪਦਮਾਵਤੀ ਨੂੰ ਕਹਿ ਦੇ ਉਹ ਉਹਦੇ ਕੋਲ ਕਦੇ ਫੇਰ ਰਹਿਣਗੇ। ਤਾਂ ਪੁੱਟ ਕਹਿੰਦਾ ਵੀ ਮੈਂ ਕਿਤੇ ਨੂੰ ਇਕੱਲੇ ਨੂੰ ਨਹੀਂ ਜਾਣ ਦਿੰਦਾ ਕਿਉਂਕਿ ਹਨੇਰੇ ਜੰਗਲ ਵਿੱਚ ਇਕੱਲਿਆਂ ਜਾਣਾ ਬਹੁਤ ਹੀ ਖਤਰਨਾਕ ਹੈ, ਉਹ ਵੀ ਉਹਦੇ ਨਾਲ ਚੱਲੂਗਾ। ਅਤੇ ਪੁੱਟ ਕਹਿੰਦਾ ਵੀ ਵੈਸੇ ਵੀ ਉਹਨੇ ਉੱਧਰਲੀ ਸਾਈਡ ਜਾਣਾ ਹੀ ਹੈ, ਉੱਧਰਲੇ ਵੱਲ ਨੂੰ ਉਹਨੇ ਆਪਣੇ ਮਿੱਤਰ ਨਾਰਣੱਪੇ ਨੂੰ ਮਿਲਣਾ ਅਤੇ ਕਿਰਾਏ ਉੱਤੇ ਬਾਗ ਲੈਣ ਲਈ ਗੱਲ ਕਰਨੀ ਹੈ। ਤਾਂ ਪ੍ਰਾਣਾਸ਼ਚਾਰੀ ਸੋਚਦਾ ਵੀ ਪੁੱਟ ਉਹਨਾਂ ਦੇ ਨਾਲ ਹੀ ਚੱਲ ਪਵੇ ਅਤੇ ਉਹ ਰਸਤੇ ਜਾਂਦਾ ਹੋਇਆ ਪੁੱਟ ਨਾਲ ਸਾਰੀਆਂ ਗੱਲਾਂ ਜਿਹੜੀਆਂ ਕਿ ਸ਼ੇਅਰ ਕਰ ਲਊਗਾ। ਅਤੇ ਇਹ ਵੀ ਸੋਚਦਾ ਵੀ ਜੇ ਉਹ ਪੁੱਟ ਨੂੰ ਗੱਲ ਦੱਸ ਦਊਗਾ ਅਤੇ ਉਹਦਾ ਦਿਲ ਹਲਕਾ ਹੋ ਜਾਊਗਾ ਅਤੇ ਜਦੋਂ ਦੁਰਵਾਸਾਪੁਰ ਦੇ ਵਿੱਚ ਪਹੁੰਚੂਗਾ ਤਾਂ ਬ੍ਰਾਹਮਣਾਂ ਦਾ ਸਾਹਮਣਾ ਕਰਨ ਲਈ ਉਹ ਇਕੱਲਾ ਨਹੀਂ ਹੋਊਗਾ, ਉਹਦੇ ਨਾਲ ਪੁੱਟ ਵਰਗਾ ਇੱਕ ਮਿੱਤਰ ਵੀ ਹੋਊਗਾ। ਤਾਂ ਦੋਵੇਂ ਜਿਹੜੇ ਕਿ ਦੁਰਵਾਸਾਪੁਰ ਜਾਣ ਲਈ ਤਿਆਰ ਹੋ ਜਾਂਦੇ ਨੇ। ਇਹਨਾਂ ਨੂੰ ਇੱਕ ਬੈਲ ਗੱਡੀ ਆ ਜਾਂਦੀ ਹੈ ਜਿਹੜੀ ਉਗੰਬੇ ਵੱਲ ਜਾ ਰਹੀ ਹੁੰਦੀ ਹੈ, ਪਰ ਉਸ ਬੈਲ ਗੱਡੀ ਦੇ ਵਿੱਚ ਸਿਰਫ ਇੱਕ ਸਵਾਰੀ ਜਿਹੜੀ ਕਿ ਬੈਠਣ ਦੀ ਥਾਂ ਹੁੰਦੀ ਹੈ। ਤਾਂ ਪੁੱਟ ਕੀ ਕਰਦਾ ਹੈ, ਪ੍ਰਾਣਾਸ਼ਚਾਰੀਆਂ ਨੂੰ ਬੈਲ ਗੱਡੀ ਵਿੱਚ ਬਿਠਾ ਦਿੰਦਾ ਅਤੇ ਉਹਨਾਂ ਨੂੰ ਕਹਿੰਦਾ ਕਿ ਪ੍ਰਾਣਾਸ਼ਚਾਰੀਆ ਜੀ ਤੁਸੀਂ ਚਲੇ ਜਾਓ, ਮੈਂ ਸਵੇਰੇ ਤੱਕ ਤੁਹਾਡੇ ਪਿੱਛੇ ਪਿੱਛੇ ਦੁਰਵਾਸਾਪੁਰ ਪਹੁੰਚ ਜਾਊਂਗਾ। ਤਾਂ 4-5 ਘੰਟੇ ਦਾ ਸਫ਼ਰ ਹੁੰਦਾ ਹੈ। ਪ੍ਰਾਣਾਸ਼ਚਾਰੀਆ ਗੱਡੀ ਵਿੱਚ ਬੈਲ ਗੱਡੀ ਵਿੱਚ ਬੈਠ ਜਾਂਦੇ ਨੇ ਅਤੇ ਉਸ ਘੜੀ ਦੀ ਉਡੀਕ ਕਰ ਰਹੇ ਹੁੰਦੇ ਨੇ ਜਦੋਂ ਉਹ ਦੁਰਵਾਸਾਪੁਰ ਪਹੁੰਚਣਗੇ ਅਤੇ ਪੁੱਟ ਆ ਕੇ ਉਹਨਾਂ ਨੂੰ ਮਿਲੂਗਾ। ਸੋ ਇੱਥੇ ਜਿਹੜਾ ਕਿ ਨਾਵਲ ਸਮਾਪਤ ਹੋ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਪ੍ਰੋਗਰਾਮ ਦੀ ਅੱਜ ਦੀ ਲੜੀ ਵਿੱਚ ਅਸੀਂ U.R. ਅਨੰਤ ਮੂਰਤੀ ਦੁਆਰਾ ਰਚਿਤ ਨਾਵਲ ਸੰਸਕਾਰ ਦੀ ਸਮਰੀ ਦਾ ਅਧਿਐਨ ਕੀਤਾ ਹੈ। ਉਮੀਦ ਕਰਦਾ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ। ਜੇ ਵੀਡੀਓ ਵਧੀਆ ਲੱਗੀ ਤਾਂ ਵਿਦਿਆਰਥੀ ਸਾਥੀਆਂ ਵਿੱਚ ਜ਼ਰੂਰ ਸਾਂਝਾ ਕਰਿਓ। ਉਦੋਂ ਲਈ ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ ਅਤੇ ਆਜ਼ਾਦ ਰਹੋ।